ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਗੇ ਸਾਖੀ ਵੈਦ ਨਾਲ ਹੋਈ। ਜਾਂ ਗੁਰੂ ਨਾਨਕ ਜੀ ਮਸਤਾਨਾ ਹੋਏ ਬੈਠਾ, ਤੇ ਬੋਲੇ ਕਿਸੇ ਨਾਲ ਨਹੀਂ, ਅਰ ਲੰਮਾ ਹੀ ਪਿਆ ਰਹੇ। ਬਿਰਕਤਾਂ ਦੀ ਰੀਤ ਧਾਰ ਲੀਤੀ ਉਸ, ਸੰਸਾਰ ਦੇ ਜੰਜਾਲਾਂ ਨੂੰ ਕੱਟ ਦਿੱਤਾ। ਤਾਂ ਸਾਰਾ ਕੁਟੰਬ ਬੇਦੀਆਂ ਦਾ ਬਾਬੇ ਨਾਨਕ ਜੀ ਵੱਲ ਦੇਖ ਕਰ ਝੁਰਨ ਲੱਗੇ। ਇਹ ਕਹਿਣ ਜੋ ਭਾਈ ਕਾਲੂ ਪਟਵਾਰੀ ਦਾ ਪੁੱਤਰ ਦੀਵਾਨਾ ਹੋ ਗਿਆ ਹੈ। ਜਿਹੜੇ ਬਾਬੇ ਜੀ ਦੇ ਸੰਗੀ ਹੈ ਸਨ, ਉਹ ਆਣ ਕੇ ਮਿਲਣ ਅਤੇ ਕੁਛ ਪੁੱਛਣ ਤਾਂ ਬਾਬਾ ਜੀ ਐਸੇ ਆਗੇ ਤੇ ਮਿਲਣ ਜਿਉਂ ਕਦੀ ਕੋਈ ਮਿਲਿਆ ਹੀ ਨਹੀਂ। ਉਹ ਦੇਖ ਕਰ ਬਹੁਤ ਦੁਖੀ ਹੋਣ ਤੇ ਗੁਰੂ ਜੀ ਮਗਨ ਹੋਏ ਬੈਠਾ, ਅਰ ਖਾਵੇ ਪੀਵੇ ਕੁਛ ਨਹੀਂ, ਇਕਾਂਤ ਹੀ ਬੈਠਾ ਰਹੇ। ਸਾਰਾ ਪਰਿਵਾਰ ਬੇਦੀਆਂ ਦਾ ਉਧਰ ਗਿਆ। ਇਹ ਬਿਧ ਦੇਖ ਕਰ ਮਾਤਾ ਜੀ ਮਨ ਵਿੱਚ ਬਹੁਤ ਚਿੰਤਾਵਾਨ ਹੋਏ ਕਰ ਕਹਿਣ ਲੱਗੀ, ਹੇ ਪੁੱਤਰ, ਤੂੰ ਕੈਸੀ ਦਸ਼ਾ ਆਪਣੀ ਕਰ ਰੱਖੀ ਹੈ। ਤੈਨੂੰ ਲੋੜੀਂਦਾ ਹੈ ਆਪਣੇ ਘਰ ਦਾ ਕਾਰਜ ਕਰਨਾ, ਬਾਹਰ ਸੇ ਕਮਾਈ ਕਰ ਲਿਆਵਣਾ, ਆਪਣੇ ਪਰਿਵਾਰ ਨੂੰ ਸੁਖੀ ਕਰਨਾ। ਫਕੀਰਾਂ ਦੀ ਸੰਗਤ ਛੱਡ ਦਿਓ, ਸੁਚੇਤ ਹੋਵੋ, ਵਿਵਹਾਰ ਕਰੋ, ਆਪਣੀ ਜਾਤ ਬਰਾਦਰੀ ਵਿੱਚ ਮਿਲ ਕੇ ਬੈਠਣਾ ਦੇਖੋ, ਤੇ ਪਰਿਵਾਰ ਤੇ ਲੋਕ ਤੁਮਾਰੇ ਸਰੀਰ ਦੀ ਦਸ਼ਾ ਦੇਖ ਕੇ ਕੈਸੇ ਦੁਖੀ ਹੁੰਦੇ ਹਨ। ਆਪਣੇ ਘਰ ਦੇ ਖਰਚ ਤੇ ਆਦਮੀ ਨੂੰ ਸੰਭਾਲੋ, ਭਲੀ ਪ੍ਰਕਾਰ ਆਪਣੀ ਕਮਾਈ ਕਰਕੇ ਦਰਬ ਆਪਣੇ ਘਰ ਮੇਂ ਸਹੁੰਚੋਗੇ, ਸੁਚੇਤ ਹੋਵੋਗੇ ਤਾਂ ਕੋਈ ਖੱਤਰੀ ਦੇਖ ਕਰ ਤੁਹਾਡੀ ਸਗਾਈ ਕਰੇਗਾ। ਤੈਨੂੰ ਕਮਾਊ ਜਾਣ ਕੇ ਆਪਣੀ ਲੜਕੀ ਤੇਰੇ ਕੋ ਵਿਵਾਹ ਦੇਵੇਗਾ। ਮੇਰੇ ਕੋ ਵੀ ਬੜਾ ਸੁੱਖ ਪ੍ਰਾਪਤ ਹੋਵੇਗਾ, ਅਰ ਤੇਰੀ ਲੋਕ ਵਡਿਆਈ ਕਰਨਗੇ। ਹੁਣ ਤੈਨੂੰ ਐਸਾ ਮਸਤਾਨਾ ਦੇਖ ਕਰ ਲੋਕੀ ਹਾਸੀ ਕਰਦੇ ਹਨ, ਕਹਿੰਦੇ ਹਨ ਕੈਸਾ ਨਲਾਇਕ ਹੈ, ਕਿਰਤ ਨਹੀਂ ਕਰਦਾ ਤਾਂ ਦਾਰਿਦੀ ਹੈ, ਮਤਹੀਣ ਹੈ। ਕੋਈ ਕਹਿੰਦਾ ਹੈ ਇਹ ਨਿਰਬਲ ਹੈ। ਉਹਨਾਂ ਸ਼ਰੀਕਾਂ ਦਾ ਬੋਲਣਾ ਹਮਾਰੇ ਤਾਈਂ ਬੱਜਰ ਪੱਥਰ ਕੇ ਸਮਾਨ ਦੁਖਦਾਇਕ ਹੁੰਦਾ ਹੈ। ਪੁੱਤਰ, ਮੇਰਾ ਰਿਦਾ ਸੁਣ ਕੇ ਜਲਦਾ ਹੈ। ਇਹ ਬਾਤਾਂ ਮਾਤਾ ਦੀਆਂ ਸੁਣ ਕਰ ਬਾਬਾ ਜੀ ਚੁੱਪ ਕਰ ਰਹੇ। ਉੱਤਰ ਕੋਈ ਵੀ ਨਾ ਦਿਆ। ਰਾਤ ਵੀ ਦਿਨ ਵੀ ਪੜੇ ਰਹੇ, ਬੋਲੇ ਕਿਸੇ ਸੇ ਨਹੀਂ, ਅਰ ਸੁਚੇਤ ਹੋਏ ਕਰ बैठे। जैसे कोई बड़ा उन्मत्त होता है, ऐसा अबोल होकर पड़े रहे। माता बड़े हित नाल कुछ भोजन करावे, बड़े यतन से तो कुछ खावे कभी नहीं भी खावे। बड़ा दुर्बल हो गया देख कर माता कहे, हे पुत्र, तेरे को क्या रोग है, तू अपनी दवाई ही कर, तेरा मुख पीला हो रहा है, तेरे अंग भी सब शिथिल हो रहे हैं, रात दिन पड़े रहते हो, खांदे पींदे कुछ नहीं। हे भाई, सरबंधी देखण को आउंदे हन। हे पुत्र, सुचेत होवो। ऐसा देख कर माता तृप्ता जी बड़ी अधीर होकर परमेश्वर के आगे दंडवत वंदना करती है कि हे भगवंत, मेरे पुत्र को रोगता होवे, निरोग होवे। बारंबार परमेश्वर दे आगे बेनतियां करती है कि एक दिन पुत्र दा हथ पकड़ के बोली, पुत्र, अपनी पीड़ कहो, मैं वैद को बुलाए कर तेरा इलाज करावां। बहुत ही ਅਤੇ ਬਾਬਾ ਨਾਨਕ ਜੀ ਚੁੱਪ ਕਰ ਰਹੇ।
ਸਭ ਜਾਤ ਭਾਈ ਖਬਰ ਲੈਣ ਵਾਸਤੇ ਆਏ। ਜੋ ਬਾਬਾ ਨਾਨਕ ਜੀ ਕੋ ਮਸਤਾਨਾ ਦੇਖ ਕਰ ਵੱਡੇ ਦੁਖੀ ਹੁੰਦੇ ਹਨ। ਸਾਰਾ ਪਰਿਵਾਰ ਦੇਖ ਦੇਖ ਝੂਰਦਾ ਹੈ। ਰੋਗ ਨਹੀਂ ਜਾਣਿਆ ਜਾਂਦਾ ਕੌਣ ਰੋਗ ਹੈ। ਅਰ ਸਭ ਪਰਿਵਾਰ ਦੇਖ ਕੇ ਕਾਲੂ ਨੂੰ ਆਖਣ ਲੱਗੇ, ਤੂੰ ਮਚਲਾ ਹੋ ਕੇ ਬੈਠ ਗਿਆ ਹੈ। ਅਰ ਤੇਰੇ ਪੁੱਤਰ ਨਾਨਕ ਨੂੰ ਪਿਆ ਹੋਇਆਂ ਕਈ ਦਿਨ ਗੁਜ਼ਰ ਗਏ ਹਨ। ਪਿਆ ਹੀ ਰਹਿੰਦਾ ਹੈ। ਤੂੰ ਕਿਸੇ ਵੈਦ ਨੂੰ ਸੱਦ ਕੇ ਇਸ ਦਾ ਇਲਾਜ ਕਰਾਓ। ਇੱਕੋ ਇੱਕ ਤੇਰਾ ਪੁੱਤਰ ਹੈ। ਪਦਾਰਥਾਂ ਦੇ ਖਰਚਿਆਂ ਪੁੱਤਰ ਰਾਜੀ ਹੋਵੇਗਾ ਤਾਂ ਕਈ ਤਰ੍ਹਾਂ ਦਾ ਪਦਾਰਥ ਖੱਟ ਲਿਆਵੇਗਾ। ਪੁੱਤਰ ਦਾ ਸੁਨੇਹ ਮਨ ਕੋ ਤਿਆਗ ਕਰ ਪਦਾਰਥ ਪਿਆਰਾ ਮਤ ਕਰ। ਪੁੱਤਰ ਪਿਆਰਾ ਕਰਨਾ ਚਾਹੀਦਾ ਹੈ। ਪੁੱਤਰ ਰਾਜੀ ਹੋਵੇਗਾ ਤੋ ਕੈਸਾ ਸੁਖ ਹੋਵੇਗਾ। ਅਤੇ ਸੁਣ ਕਾਲੂ, ਤੇਰੇ ਪੈਸੇ ਕਿਤਨੇ ਹੋਵਣ ਤਾਂ ਉਹ ਕਿਸੇ ਕੰਮ ਨਹੀਂ। ਤੂੰ ਵੈਦ ਨੂੰ ਸੱਦ, ਮੱਥ ਕੱਖ ਦੇ ਓਲੇ ਲੱਖ ਪਰਮੇਸ਼ਰ ਕਰਦਾ ਹੋਵੇ। ਇਤਨਾ ਸੁਣ ਕੇ ਕਾਲੂ ਆਪ ਉੱਠ ਖੜੋਤਾ। ਭਾਈ ਲਾਲੂ ਜੀ ਨਾਨਕ ਪਾਸ ਬੈਠੇ ਰਹੇ ਤੇ ਬਾਬਾ ਨਾਨਕ ਜੀ ਆਪਣੇ ਮੁਖ ਪਰ ਕੱਪੜਾ ਲੀਏ ਪੰਡੇ ਰਹੇ। ਮਹਿਤਾ ਕਾਲੂ ਜੀ ਹਰਦਾਸ ਨਾਮ ਵੈਦ ਨੂੰ ਸੱਦ ਲਿਆਇਆ। ਜਿੱਥੇ ਬਾਬਾ ਨਾਨਕ ਜੀ ਪੈਂਡੇ ਸੇ ਵੈਦ ਤਿਸ ਸਥਾਨ ਆਇਆ। ਕਾਲੂ ਜੀ ਨੇ ਆਖਿਆ, ਵੈਦ ਹਰਦਾਸ ਜੀ, ਨਾਨਕ ਦੀ ਬਾਂਹ ਦੇਖ ਕਰ ਕਹੋ ਇਸ ਨੂੰ ਕਿਆ ਰੋਗ ਹੈ। ਦਿਨ ਰਾਤ ਆਲਸ ਕਰਕੇ ਪਿਆ ਰਹਿੰਦਾ ਹੈ। ਖਾਣ ਪੀਣ ਦੇ ਵੱਲੋਂ ਮੂੰਹ ਮੋੜੀ ਰੱਖਦਾ ਹੈ। ਮੂੰਹ ਇਸ ਦਾ ਪੀਲਾ ਤੇ ਤਨ ਖੀਨ ਹੋਇਆ ਹੈ। ਇਹ ਬਾਤ ਸੁਣ ਕੇ ਹਰਦਾਸ ਵੈਦ ਨਿਕਟ ਜਾਏ ਬੈਠਾ। ਬਾਬੇ ਜੀ ਦਾ ਮੁਖ ਦੇਖ ਕਰ ਨਾੜੀ ਦੇਖਣ ਲੱਗਾ ਤਾਂ ਬਾਬੇ ਨਾਨਕ ਜੀ ਨੇ ਆਪਣਾ ਹੱਥ ਵੈਦ ਦੇ ਹੱਥੋਂ ਖਿੱਚ ਲਿਆ ਤੇ ਆਪ ਹੀ ਉੱਠ ਬੈਠੇ ਅਤੇ ਆਖਿਆ, ਸਾਡਾ ਹੱਥ ਤੂੰ ਪਕੜਿਆ ਹੈ ਸੋ ਕਿਆ ਜਾਣ ਕੇ। ਤੇ ਹਰਦਾਸ ਬੋਲਿਆ, ਰੋਗ ਦੇਖਦਾ ਹਾਂ ਜੋ ਕਿਆ ਰੋਗ ਹੈ। ਤੁਮਾਰੇ ਤਾਈਂ ਜੈਸਾ ਰੋਗ ਹੋਏਗਾ ਤਿਸ ਦੀ ਦਵਾਈ ਦੇਵਾਂਗਾ। ਪੱਥ ਦੇ ਨਾਲ ਦਵਾਈ ਖਾਵੋਗੇ ਤਾਂ ਅਰੋਗ ਹੋ ਜਾਵੋਗੇ, ਸਰੀਰ ਕੇ ਸੁਖੀ ਹੋਵੋਗੇ। ਤਾਂ ਬਾਬੇ ਨਾਨਕ ਜੀ ਤਿਸ ਦੇ ਪਰਥਾਏ ਸ਼ਬਦ ਉਚਾਰਿਆ। ਸ਼ਲੋਕ ਮਹੱਲਾ ਪਹਿਲਾ। ਵੈਦ ਬੁਲਾਇਆ ਬੇਦਗੀ, ਪਕੜ ਢੰਡੋਲੇ ਬਾਂਹ। ਭੋਲਾ ਵੈਦ ਨਾ ਜਾਣੀ, ਕਰਕ ਕਲੇਜੇ ਮੈਂ। ਮਹੱਲਾ ਪਹਿਲਾ। ਵੈਦਾ ਵੈਦ ਸੋ ਵੈਦ ਤੂੰ, ਪਹਿਲਾ ਰੋਗ ਪਛਾਣ। ਐਸਾ ਦਾਰੂ ਲੋੜ ਲੈ, ਜਿਤ ਬਵੇਂ ਰੋਗਾਂ ਘਾਣ। ਜਿਤ ਦਾਰੂ ਰੋਗ ਉੱਠੇ ਹੈ, ਤਿਨ ਸੁਖ ਬਸੇ ਆਏ। ਰੋਗ ਗਵਾਇਆ ਆਪਣਾ, ਤਾਂ ਨਾਨਕ ਵੈਦ ਸੁਦਾਏ। ਤਿਸ ਦਾ ਪਰਮਾਰਥ। ਪਿਤਾ ਕਾਲੂ ਨੇ ਵੈਦ ਬੁਲਾਇਆ ਸੀ। ਵੈਦਗੀ ਕਿਆ ਦਵਾਈ ਗੁਰੂ ਨਾਨਕ ਜੀ ਦੀ ਕਰਾਉਣ ਦੇ ਵਾਸਤੇ। ਉਹ ਵੈਦ ਬਾਬੇ ਨਾਨਕ ਜੀ ਦੀ ਬਾਂਹ ਪਕੜ ਕਰਕੇ ਲੱਗਾ ਦੇਖਣ। ਉਹ ਭੋਲਾ ਵੈਦ ਜੋ ਬਾਬੇ ਨਾਨਕ ਜੀ ਦੇ ਰੋਗ ਦਾ ਮਹਿਰਮ ਨਹੀਂ, ਸੋ ਕਿਆ ਦੁੱਖ ਹੈ ਕਲੇਜੇ ਵਿਖੇ। ਇਸ ਤੇ ਬਾਬਾ ਨਾਨਕ ਜੀ ਕਹਤੇ ਹੈ, ਹੇ ਵੈਦ ਸਵੈਦ ਉੱਤਮ ਵੈਦ, ਤੈਨੂੰ ਅਸੀਂ ਤਾਂ ਜਾਣੀਏ ਜੋ ਪਹਿਲੇ ਰੋਗ ਨੂੰ ਪਛਾਣੇ। ਅਤੇ ਐਸਾ ਦਾਰੂ ਲੋੜ ਲਹੋ ਕਿਆ ਢੂੰਢ ਲਵੋ, ਜਿਸ ਕਰਕੇ ਰੋਗਾਂ ਦਾ ਘਾਣ ਕਿਆ ਸਭੂ ਰੋਗ ਦੂਰ ਹੋਏ ਜਾਣ। ਅਤੇ ਜਿਸ ਦਾਰੂ ਕਰਕੇ ਰੋਗ ਸਭ ਉੱਠ ਜਾਵਣ, ਅਰ ਸਰੀਰ ਵਿੱਚ ਸੁਖ ਆਏ ਬਸਣ।
ਤਾਂ ਨਾਨਕ ਜੀ ਕਹਿੰਦੇ ਹਨ, ਐਸਾ ਦਾਰੂ ਹੈ ਤੇਰੇ ਪਾਸ ਤਾਂ ਤੂੰ ਠੀਕ ਵੈਦ ਹੈ, ਅਤੇ ਅਸਲ ਵੈਦ ਤੂੰ ਤਦ ਜਾਣੀਏ ਜੋ ਆਪਣਾ ਰੋਗ ਤੂੰ ਗਵਾਵੇਂ। ਤਾਂ ਵੈਦ ਨੇ ਹੱਥ ਜੋੜ ਕਰ ਪ੍ਰਾਰਥਨਾ ਕੀਤੀ, ਸਰਬ ਸਮਰੱਥ ਮਹਾਰਾਜ ਜੀ, ਉਹ ਰੋਗ ਮੇਰੇ ਤਾਈਂ ਕਹੋ ਜਿਸ ਕਰਕੇ ਮੈਂ ਰੋਗੀ ਹਾਂ। ਤਾਂ ਗੁਰੂ ਨਾਨਕ ਜੀ ਬਚਨ ਕਰਤੇ हैं, हे हरदास, ਤੂੰ ਸਰਵਣ ਕਰ ਪਹਿਲੇ, ਤੂੰ ਹੋਮੇ ਕਾ ਰੋਗ ਸਭ ਪ੍ਰਾਣੀਆਂ को लगा है, जिस करके लोग महा दुखी होए रहे हैं, जो जन्म मरण का कारण है। किसी उपचार करके ये रोग नहीं हटदा, इस दुख करके जो अपने आप को दुखी जानते हैं, सो दूसरे को किस प्रकार सुखी कर सकेंगे। हरदास, जिस दवाई करके होमे जावे, अचल अर सुख में प्राप्त होवे, सोए उपाय कहो जो प्राणी करे, अपने रोग नू गवावे, सो वैद भला है। जन्म मरण ते मुक्त होवे, फिर तिसको रोग नहीं व्यापदा है। हरदास, ਅਸੀਂ ਆਪਣੇ ਪਿਆਰੇ ਪਰਮੇਸ਼ਰ ਵਿੱਚ ਰਤੇ ਹੋਏ ਹਾਂ, ਇਸ ਦਾ ਰੋਗ ਦਾ ਉਪਾਅ ਕੋਈ ਨਹੀਂ। ਇੱਧਰ ਰੋਗ ਸੰਸਾਰ ਦੇ ਜੋ ਹਨ, ਤਿਨ੍ਹਾਂ ਦੇ ਦਾਰੂ ਬਹੁਤ ਹਨ। ਉਹ ਮਮਤਾ ਰੋਗ ਤੇ ਜਨਮ ਮਰਨ ਕਾ ਦੇਣ ਵਾਲਾ ਹੈ, ਇਸ को दूर करो। सर्ब में परमेश्वर को रविया जान के किसी नाल ईर्खा ना करो। आत्मा एक रस सतचिंत आनंद पूर्ण है। ये बचन सुन के गुरु जी दे सुनकर हरदास ने आख्या, हे मेहता कालू, नानक जी नूं रोग कोई नहीं, तुसीं चिंता ना करो। ਇਹ ਪਰਮੇਸ਼ਰ ਦੇ ਰੰਗ ਰਤਾ ਹੈ ਅਤੇ ਇਹ ਦੁਨੀਆ ਦੇ ਦੁੱਖ ਦੂਰ ਕਰਨੇ ਨੂੰ ਸਮਰੱਥ ਹੈ। ਇਹ ਕਹਿ ਕੇ ਹਰਦਾਸ ਮੱਥਾ ਟੇਕ ਕੇ ਘਰ ਨੂੰ ਚਲੇ ਗਿਆ। ਬੋਲੋ ਭਾਈ ਜੀ ਵਾਹਿਗੁਰੂ।